ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 10ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਚੋਆ ਚੰਦਨ ਅੰਕ ਚੜਾਵਿਓ, ਪਾਠ ਪਟੰਬਰ ਪੈਰ ਹੰਡਾਵਿਓ, ਬਿਨ ਹਰ ਨਾਮ ਕਹਾਂ ਸੁਖ ਪਾਵਿਓ, ਕਿਆ ਪੈਰਿਓ ਕਿਆ ਓਡ ਦਿਖਾਵਿਓ, ਬਿਨ ਜਗਦੀਸ਼ ਕਹਾਂ ਸੁਖ ਪਾਵਿਓ ਰਹਾਓ। ਕਾਨੀ ਕੁੰਡਲ ਗਲ ਮੋਤੀਅਨ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੁਖ ਪਾਲਾ। ਨੈਣ ਸਲੋਨੀ ਸੁੰਦਰ ਨਾਰੀ, ਖੋੜ ਸਿਗਾਰ ਕਰੇ ਅਤ ਪਿਆਰੀ, ਬਿਨ ਜਗਦੀਸ਼ ਭਜੇ ਨਿਤ ਖੁਆਰੀ। ਦਰ ਕਰ ਮਹਿਲਾ ਸੇਜ ਸੁਖਾਲੀ, ਅਹਨਸ ਫੂਲ ਬਿਛਾਵੇ ਮਾਲੀ, ਬਿਨ ਹਰ ਨਾਮ ਸੋ ਦੇ ਦੁਖਾਲੀ। ਹੈਵਰ ਗੈਵਰ ਨੀਜੇ ਵੇ ਵਾਜੇ, ਲਸਕਰ ਨੀਬ ਖਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦਿਵਾਜੇ। ਸਿੱਧ ਕਹਾਵਿਓ ਰਿਸਿਦ ਬੁਲਾਵਿਓ, ਤਾਜ ਕੁਲੋਂ ਸਿਰ ਛਤਰ ਬਣਾਵਿਓ, ਬਿਨ ਜਗਦੀਸ਼ ਕਹਾਂ ਸੱਚ ਪਾਵਿਓ। ਖਾਨ ਮਲੂਕ ਕਹਾਵਿਓ ਰਾਜਾ, ਅਬੇ ਤਬੇ ਕੂੜੇ ਹੈ ਪਾਜਾ, ਬਿਨ ਗੁਰ ਸ਼ਬਦ ਨ ਸਭ ਰਸ ਕਾਜਾ। ਹਉਮੈ ਮਮਤਾ ਗੁਰ ਸ਼ਬਦ ਨਿਵਸਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ, ਪ੍ਰਣਤ ਨਾਨਕ ਸਰਨ ਤੁਮਾਰੀ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ, ਪ੍ਰਣਤ ਨਾਨਕ ਸਰਨ ਤੁਮਾਰੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਭਾਵੇਂ ਕਈ ਤਰ੍ਹਾਂ ਦੇ ਲੱਖਾਂ ਸਾਨੂੰ ਸੁਖ ਦਾ ਸਬਦਾਵਾਂ ਹੋਣ, ਪਰ ਪਰਮੇਸ਼ਰ ਹਰ ਦੇ ਨਾਮ ਤੋਂ ਬਿਨਾਂ ਸਭ ਕੁਛ ਝੂਠਾ ਹੀ ਹੈ ਜੀ, ਸਭ ਖੁਆਰੀ ਹੀ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਜੇ ਮੈਂ ਆਪਣੇ ਉੱਤੇ ਅਤਰ ਭਾਵ ਪਰਫਿਊਮ ਸੈਂਟ ਅਤੇ ਚੰਦਨ ਆਪਣੇ ਸਰੀਰ ਉੱਪਰ ਲਗਾ ਲਵਾਂ ਜੀ, ਰੇਸ਼ਮੀ ਬਸਤਰ ਪਹਿਨ ਕੇ ਹੰਢਾਵਾਂ, ਭਾਵ ਮਹਿੰਗੇ ਬੜੇ ਸੋਹਣੇ ਸੋਹਣੇ ਕੱਪੜੇ ਪਾ ਕੇ ਹੰਢਾਵਾਂ, ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਕਿੱਥੇ ਸੁੱਖ ਪਾਵਾਂ ਜੀ, ਭਾਵ ਕਿਤੇ ਵੀ ਸੁੱਖ ਨਹੀਂ ਮਿਲ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੈਂ ਕਿਹੜੇ ਬਸਤਰ ਪਾਵਾਂ ਅਤੇ ਉੱਪਰ ਕੀ ਲੈ ਕੇ ਵਿਖਾਵਾਂ ਜਿਹਦੇ ਕਰਨ ਨਾਲ ਕੁਝ ਲਾਭ ਹੋਵੇ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਪਰਮੇਸ਼ਰ ਜਗਦੀਸ਼ ਤੋਂ ਬਿਨਾਂ, ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਹੋਰ ਕਿੱਥੇ ਸੁੱਖ ਪ੍ਰਾਪਤ ਕਰਾਂ ਜੀ, ਭਾਵ ਕਿਤੇ ਹੋਰ ਸੁੱਖ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਮੇਰੇ ਕੰਨਾਂ ਵਿੱਚ ਸੋਨੇ ਦੇ ਕੁੰਡਲ, ਭਾਵ ਵੱਡੇ ਵੱਡੇ ਕੁੰਡਲ ਗੋਲ ਵਾਲੀਆਂ ਪਾਈਆਂ ਹੋਣ ਅਤੇ ਗਲ ਵਿੱਚ ਮੋਤੀਆਂ ਦੀ ਮਹਿੰਗੀ ਮੋਤੀਆਂ ਦੀ ਮਾਲਾ ਹੋਵੇ, ਗੋਲ ਕੁੰਡਲ ਅਤੇ ਮੋਤੀਆਂ ਦੀ ਮਾਲਾ ਭਾਵ ਗਹਿਣੇ ਮੇਰੇ ਪਾਏ ਹੋਣ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮੇਰੀ ਲਾਲ ਰੰਗ ਦੀ ਤਲਾਈ ਹੋਵੇ ਅਤੇ ਉਸ ਉੱਤੇ ਲਾਲੋ ਲਾਲ ਬੜੇ ਸੋਹਣੇ ਭਾਵ ਬੜੇ ਸੋਹਣੇ ਫੁੱਲ ਪਏ ਹੋਣ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਜਗਦੀਸ਼ ਤੋਂ ਬਿਨਾਂ, ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਮੈਂ ਕਿੱਥੋਂ ਸੁੱਖ ਲੱਭਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਮੇਰੀ ਸੁੰਦਰ ਨੈਣਾਂ ਵਾਲੀ ਭਾਵ ਸੁੰਦਰ ਅੱਖਾਂ ਵਾਲੀ ਖੂਬਸੂਰਤ ਇਸਤਰੀ ਹੋਵੇ ਜੀ ਅਤੇ 16 ਸ਼ਿੰਗਾਰ ਭਾਵ ਕਈ ਤਰ੍ਹਾਂ ਦੇ ਸ਼ਿੰਗਾਰ ਕਰਦੀ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਬੜੀ ਪਿਆਰੀ ਲੱਗੇ ਜੀ, ਬੜੀ ਸੋਹਣੀ ਲੱਗਦੀ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਪਰਮੇਸ਼ਰ ਜਗਦੀਸ਼ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਅਰਾਧਨਾ ਤੋਂ ਬਿਨਾਂ ਹਮੇਸ਼ਾ ਖੱਜਲ ਖੁਆਰੀ ਹੀ ਹੁੰਦੀ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਜੇ ਮੇਰੇ ਪਾਸ ਰਾਜ ਦਰਬਾਰ ਘਰ ਅਤੇ ਮਹਿਲ ਹੋਣ ਅਤੇ ਸੁੱਖਾਂ ਦਾਇਕ ਸੇਜ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਸ ਉੱਤੇ ਦਿਨ ਰਾਤ ਭਾਵ ਹਰ ਰੋਜ਼ ਮਾਲੀ ਨਵੇਂ ਫੁੱਲ ਵਿਛਾਉਂਦਾ ਹੋਵੇ ਜੀ। ਭਾਵ ਕਿ ਜਿੱਥੇ ਮੈਂ ਸੌਵਾਂ ਉਹ ਸੇਜ, ਉਹ ਬਿਸਤਰਾ ਬੜਾ ਸੁੱਖਾਂ ਵਾਲਾ ਹੋਵੇ, ਸੁੰਦਰ ਹੋਵੇ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਦੇ ਦੁਖਿਆਰੀ ਹੀ ਰਹਿੰਦੀ ਹੈ ਜੀ। ਉਸ ਤੋਂ ਬਿਨਾਂ ਅਸਲੀ ਆਰਾਮ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਮੇਰੇ ਪਾਸ ਨੇਜਿਆਂ ਨਾਲ ਸਜਾਏ ਹੋਏ ਸਵਾਰ ਅਤੇ ਨਗਾਰਿਆਂ ਨਾਲ ਘੋੜੇ ਹਾਥੀ ਹੋਣ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਫੌਜਾਂ ਨਾਇਬ ਸ਼ਾਹੀ ਨੌਕਰ ਹੋਣ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਹ ਸਭ ਕੁਝ ਨਾਲ ਵੀ ਅਸਲੀ ਸੁੱਖ ਨਹੀਂ ਮਿਲਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਬਿਨਾਂ ਪਰਮੇਸ਼ਰ ਜਗਦੀਸ਼ ਦੇ ਗੁਰਸ਼ਬਦ ਨਾਮ ਤੋਂ ਬਿਨਾਂ ਇਹ ਸਭ ਝੂਠੇ ਪ੍ਰਦਰਸ਼ਨ ਹਨ ਜੀ। ਸਭ ਝੂਠਾ ਹੀ ਦਿਖਾਵਾ ਹੈ ਜੀ। ਭਾਵ ਇਹਨਾਂ ਸਾਰਿਆਂ ਵਿੱਚ ਅਸਲੀ ਸੁੱਖ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਮੈਂ ਸਿੱਧ ਅਖਵਾਵਾਂ ਭਾਵ ਬੜਾ ਰਿੱਧੀਆਂ ਸਿੱਧੀਆਂ ਵਾਲਾ ਯੋਗੀ ਹੋਵਾਂ ਜੀ। ਫਿਰ ਗੁਰੂ ਜੀ ਕਹਿੰਦੇ, ਅਤੇ ਰਿੱਧੀਆਂ ਸਿੱਧੀਆਂ ਨੂੰ ਆਪਣੇ ਮੰਤਰਾਂ ਤੰਤਰਾਂ ਨਾਲ ਆਪਣੇ ਪਾਸ ਬੁਲਾਵਾਂ ਜੀ, ਉਸ ਦੇ ਸਮਰੱਥ ਹੋਵਾਂ ਜੀ। ਭਾਵ ਕਿ ਭੂਤ ਪ੍ਰੇਤਾਂ ਨੂੰ ਆਪਣੇ ਕੋਲ ਬੁਲਾ ਸਕਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਸਿਰ ਉੱਤੇ ਤਾਜ ਰੂਪ ਟੋਪੀ ਹੋਵੇ ਅਤੇ ਛਤਰ ਦੀ ਵਿਵਸਥਾ ਵੀ ਕਰ ਲਵਾਂ ਜੀ। ਭਾਵ ਇਹ ਸਭ ਰਿੱਧੀਆਂ ਪੁਰਾਣੇ ਜ਼ਮਾਨੇ 'ਚ ਯੋਗੀ ਲੋਕ ਤੰਤਰ ਮੰਤਰ ਦੀ ਵਿੱਦਿਆ ਨਾਲ ਰਿੱਧੀਆਂ ਸਿੱਧੀਆਂ ਹਾਸਲ ਕਰ ਲੈਂਦੇ ਸਨ ਜੀ, ਜਿਨ੍ਹਾਂ ਨਾਲ ਉਹ ਲੋਕਾਂ ਦਾ ਵੀ ਅਤੇ ਆਪਣਾ ਵੀ ਨੁਕਸਾਨ ਹੀ ਕਰਦੇ ਸਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਾਵੇਂ ਤੁਸੀਂ ਜਿੰਨੇ ਮਰਜ਼ੀ ਵੱਡੇ ਰਿੱਧੀ ਸਿੱਧੀ ਹੋਵੋ, ਪਰ ਪਰਮੇਸ਼ਰ ਜਗਦੀਸ਼ ਦੇ ਗੁਰਸ਼ਬਦ ਗੁਰਬਾਣੀ ਨਾਂ ਤੋਂ ਬਿਨਾਂ ਸੱਚ ਕਿੱਥੋਂ ਪ੍ਰਾਪਤ ਕਰਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਮੈਂ ਆਪਣੇ ਆਪ ਨੂੰ ਖਾਨ ਬਾਦਸ਼ਾਹ ਅਤੇ ਰਾਜਾ ਅਖਵਾ ਲਵਾਂ ਜੀ, ਭਾਵ ਮੈਂ ਰਾਜਾ ਹੋਵਾਂ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਨੌਕਰਾਂ ਨੂੰ ਹਮੇਸ਼ਾ ਗੁੱਸਾ ਕਰਦਾ ਰਹਾਂ, ਹੁਕਮ ਕਰਦਾ ਰਹਾਂ, ਉਹਨਾਂ ਉੱਤੇ ਅਤਿਆਚਾਰ ਕਰਦਾ ਹੋਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਹ ਸਾਰੇ ਝੂਠੇ ਦਿਖਾਵੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੇ ਸ਼ਬਦ ਨਾਮ ਬਿਨਾਂ ਕੋਈ ਕੰਮ ਨਹੀਂ ਸਵਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਆਪਣੀ ਹਉਮੈ ਮਮਤਾ ਅਤੇ ਗੁਰੂ ਦੇ ਸ਼ਬਦ ਨੂੰ ਮੈਂ ਭੁੱਲ ਚੁੱਕਿਆ ਹਾਂ ਜੀ। ਭਾਵ ਮੈਂ ਆਪਣੀ ਹਉਮੈ ਅਤੇ ਮਮਤਾ ਦੀ ਹਉਮੈ ਵਿੱਚ ਇਤਨਾ ਫਸਿਆ ਹੋਇਆ ਹਾਂ ਜੀ ਕਿ ਮੈਂ ਅਸਲ ਪਰਮੇਸ਼ਰ ਦੇ ਗੁਰਸ਼ਬਦ ਨੂੰ ਭੁਲਾ ਦਿੱਤਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੀ ਸਿੱਖਿਆ ਦੁਆਰਾ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਂ ਆਪਣੇ ਹਿਰਦੇ ਵਿੱਚ ਪਰਮੇਸ਼ਰ ਨੂੰ ਜਾਣ ਲਿਆ ਹੈ ਜੀ। ਭਾਵ ਵਸਾ ਲਿਆ ਹੈ, ਪਛਾਣ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮੇਰੀ ਬੇਨਤੀ ਹੈ ਜੀ ਕਿ ਮੈਂ ਪਰਮੇਸ਼ਰ ਦੀ ਸਿੱਖਿਆ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤੁਹਾਡੀ ਸ਼ਰਨ ਵਿੱਚ ਹਮੇਸ਼ਾ ਪਿਆ ਰਹਾਂ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਂ ਆਪਣੇ ਮੂਲ ਨੂੰ ਪਛਾਣ ਕੇ
ਉਸ ਹਰ ਨਾਲ, ਹਰ ਜਗਦੀਸ਼ ਨਾਲ ਜੁੜਾਂ ਜੀ, ਜੋ ਕਿ ਅਸਲ ਸੱਚ ਹੈ ਜੀ। ਉਹੀ ਅਸਲੀ ਸੁੱਖ ਹੈ ਜੀ। ਅੱਜ ਦਾ ਸਾਰ, ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ ਕਿ ਜੀਵ ਮਨੁੱਖ ਭਾਵੇਂ ਸੰਸਾਰ ਵਿੱਚ ਹਰ ਪ੍ਰਕਾਰ ਦੇ ਸੁੱਖ ਸੁਵਿਧਾਵਾਂ ਪ੍ਰਾਪਤ ਕਰ ਲਵੇ ਜੀ, ਅਤੇ ਐਸ਼ ਆਰਾਮ ਦੀਆਂ ਸਾਰੀਆਂ ਸਹੂਲਤਾਂ ਹਾਸਲ ਕਰ ਲਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਐਸ਼ ਆਰਾਮ ਦੀ ਹਰ ਵਸਤੂ ਉਸ ਨੂੰ ਪ੍ਰਾਪਤ ਹੋ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਇਹ ਸਭ ਕੁਝ ਵਿਅਰਥ ਹੈ ਜੀ। ਅਤੇ ਇਹ ਸਭ ਕੁਛ ਦੇ ਨਾਲ ਸਾਨੂੰ ਹਉਮੈ ਆਉਂਦੀ ਹੈ ਜੀ, ਅਤੇ ਇਸ ਕਸ਼ਟਦਾਇਕ ਹੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਸਿੱਖਿਆ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹਉਮੈ, ਮਾਇਆਵੀ ਵਿਕਾਰ ਅਤੇ ਮਮਤਾ ਨੂੰ ਖਤਮ ਕਰਕੇ ਭਾਵ ਕਾਬੂ 'ਚ ਲਿਆ ਕੇ ਮੈਂ ਆਪਣੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨੂੰ ਵਸਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿਗਾਰ ਕਰੇ ਅਤ ਪਿਆਰੀ। ਭਾਵਾਂ ਜਿਸ ਤਰ੍ਹਾਂ ਦੇ ਮਰਜ਼ੀ ਸੁੰਦਰ ਚੀਜ਼ਾਂ ਸਾਡੇ ਕੋਲ ਹੋਣ, ਹਰ ਤਰ੍ਹਾਂ ਦੀਆਂ ਸੌਣ ਦੀਆਂ, ਖਾਣ ਦੀਆਂ, ਪਹਿਨਣ ਦੀਆਂ, ਆਸ਼ੋ ਆਰਾਮ ਦੀਆਂ ਚੀਜ਼ਾਂ ਸਾਡੇ ਕੋਲ ਹੋਣ ਜੀ, ਗੁਰੂ ਜੀ ਕਹਿੰਦੇ ਹਨ ਜੇ ਉਸ ਆਤਮਾ ਵਿੱਚ, ਉਸ ਜੀਵ ਵਿੱਚ ਸ਼ਬਦ ਨਹੀਂ ਹੈ ਜੀ, ਗੁਰਸ਼ਬਦ ਨਾਮ ਨਹੀਂ ਹੈ ਜੀ ਉਸ ਦੇ ਅੰਦਰ, ਅਤੇ ਇਹਨਾਂ ਵਿੱਚ ਕੋਈ ਸੁੱਖ ਨਹੀਂ ਹੈ ਜੀ। ਇਹ ਚੀਜ਼ਾਂ ਨਾਲ ਸਗੋਂ ਕਸ਼ਟ ਹੀ ਮਿਲਦਾ ਹੈ ਜੀ, ਅਤੇ ਅਸੀਂ ਹਉਮੈ ਵਿੱਚ ਹੀ ਫਸੇ ਰਹਿੰਦੇ ਹਾਂ ਜੀ। ਜਿਸ ਤਰ੍ਹਾਂ ਹਰ ਪੰਕਤੀਆਂ ਦੇ ਪਦੇ ਦੇ ਵਿੱਚ ਅਖੀਰ 'ਚ ਉਹਨਾਂ ਨੇ, ਗੁਰੂ ਜੀ ਨੇ ਇਹੀ ਕਿਹਾ ਹੈ ਜੀ ਕਿ ਬਿਨਾਂ ਪਰਮੇਸ਼ਰ ਦੇ ਸਭ ਕੁਝ ਝੂਠ ਹੈ ਜੀ। ਪਹਿਲੇ ਪਦ 'ਚ ਗੁਰੂ ਜੀ ਕਹਿੰਦੇ ਹਨ, ਬਿਨ ਹਰ ਨਾਮ ਕਹਾਂ ਸੁਖ ਪਾਵਿਓ, ਬਿਨ ਜਗਦੀਸ਼ ਕਹਾਂ ਸੁਖ ਪਾਵਿਓ, ਬਿਨ ਜਗਦੀਸ਼ ਕਹਾਂ ਸੁਖ ਭਾਲਾ, ਬਿਨ ਜਗਦੀਸ਼ ਭਜੇ ਨਿਤ ਖੁਆਰੀ, ਬਿਨ ਹਰ ਨਾਮ ਸੋ ਦੇ ਦੁਖਾਲੀ, ਬਿਨ ਜਗਦੀਸ਼ ਝੂਠੇ ਦਿਵਾਜੇ, ਬਿਨ ਗੁਰ ਸ਼ਬਦ ਨ ਸਬਰਸ ਕਾਜਾ। ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਮਨ ਵਿੱਚੋਂ ਹਉਮੈ ਅਤੇ ਮੋਹ ਮਾਇਆ ਦੀ ਮਮਤਾ ਦੂਰ ਨਹੀਂ ਹੋ ਸਕਦੀ ਜੀ। ਮਨ ਵਿੱਚ, ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਪ੍ਰਵੇਸ਼ ਹੋਣ ਨਾਲ ਹੀ ਉਸ ਪਰਮੇਸ਼ਰ ਅਕਾਲ ਪੁਰਖ ਨਾਲ ਸਿਧਾਂਤ ਸਾਂਝ ਬਣਦੀ ਹੈ ਜੀ। ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣਾ ਅਤੇ ਬੇਨਤੀ ਅਰਦਾਸ ਕਰਨੀ ਹੀ ਇਹ ਇੱਕ ਉੱਤਮ ਕਰਨੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।